ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ 9ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤਕ ਕਿਰਨਾਂ ਦਾ ਦੂਜਾ ਅਧਿਆਇ ਪੜ੍ਹ ਰਹੇ ਹਾਂ, ਜੋ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਲਿਖਿਆ ਗਿਆ ਹੈ, ਜਿਸ ਦਾ ਨਾਂ ਹੈ ਸਿਮਲ ਰੁੱਖ ਸਰਾਇਰਾ। ਇਸ ਦਾ ਜਿਹੜਾ ਦੂਜਾ ਸ਼ਬਦ ਹੈ, ਇਹ ਇੱਕ ਸ਼ਬਦ ਹੈ। ਇਸ ਦਾ ਜੋ ਦੂਜਾ ਸ਼ਬਦ ਹੈ ਦੁੱਖ ਦਾਰੂ ਸੁਖ ਰੋਗ ਭਇਆ, ਇਹ ਆਪਣੀ ਸਿਲੇਬਸ ਵਿੱਚ ਨਹੀਂ ਆਉਂਦਾ, ਇਸ ਲਈ ਅਸੀਂ ਇਸ ਦਾ ਇੱਕੋ ਹੀ ਸ਼ਬਦ ਕਰਾਂਗੇ, ਜਿਸ ਦਾ ਨਾਂ ਹੈ ਸਿਮਲ ਰੁੱਖ ਸਰਾਇਰਾ। ਸਿਮਲ ਰੁੱਖ ਸਰਾਇਰਾ ਤੋਂ ਭਾਵ ਹੈ ਇੱਕ ਸਿਮਲ ਦੇ ਬ੍ਰਿਖ ਬਾਰੇ ਗੱਲ ਹੋ ਰਹੀ ਹੈ, ਜੋ ਬਹੁਤ ਉੱਚਾ ਲੰਮਾ ਹੁੰਦਾ ਹੈ। ਚਲੋ ਆਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੁਰੂ ਜੀ ਦੀ ਸ਼ਖਸੀਅਤ ਅਤੇ ਰਚਨਾ ਬਾਰੇ ਪੜ੍ਹਾਂਗੇ। ਅਸੀਂ ਪੜ੍ਹਦੇ ਹਾਂ, ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ। ਆਪ ਜੀ ਦਾ ਜਨਮ 15 ਅਪ੍ਰੈਲ 1469 ਈਸਵੀ ਨੂੰ ਰਾਏ ਭੋਏ ਦੀ ਤਲਵੰਡੀ ਪਾਕਿਸਤਾਨ ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਅਤੇ ਮਾਤਾ ਦਾ ਨਾਮ ਤ੍ਰਿਪਤਾ ਸੀ। ਬੇਬੇ ਨਾਨਕੀ ਆਪ ਜੀ ਦੀ ਵੱਡੀ ਭੈਣ ਸੀ। ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਭਲਾਈ ਲਈ ਆਪਣਾ ਜੀਵਨ ਅਰਪਣ ਕੀਤਾ। ਆਪ ਜੀ ਨੇ ਆਪਣੇ ਜੀਵਨ ਵਿੱਚ 4 ਉਦਾਸੀਆਂ ਭਾਵ ਯਾਤਰਾਵਾਂ ਕੀਤੀਆਂ, ਜਿਨ੍ਹਾਂ ਵਿੱਚ ਉਹਨਾਂ ਨੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ, ਭਾਵ ਉਹਨਾਂ ਨੇ ਲੋਕਾਂ ਨੂੰ ਆਪਣੀਆਂ ਤਰਕਮਈ ਗੱਲਾਂ ਨਾਲ ਸਿੱਧੇ ਰਸਤੇ ਪਾਇਆ। ਉਹਨਾਂ ਨੇ ਤਰਕ ਦੇ ਕੇ ਲੌਜੀਕਲੀ ਲੋਕਾਂ ਨੂੰ ਸਮਝਾਇਆ ਅਤੇ ਉਹਨਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਿਆ। ਆਪ ਜੀ ਦਾ ਵਿਆਹ ਸੁਲੱਖਣੀ ਜੀ ਨਾਲ ਹੋਇਆ। ਆਪ ਜੀ ਦੇ 2 ਪੁੱਤਰ ਹੋਏ, ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ। ਆਪ ਆਪਣੇ ਜੀਵਨ ਦੇ ਆਖਰੀ ਸਮੇਂ ਕਰਤਾਰਪੁਰ ਵਿਖੇ ਹੀ ਰਹੇ। 1539 ਈਸਵੀ ਵਿੱਚ ਭਾਈ ਲਹਿਣਾ ਜੀ ਨੂੰ ਗੁਰਗੱਦੀ ਸੌਂਪ ਕੇ ਭਾਈ ਲਹਿਣਾ ਜੀ, ਜੋ ਦੂਜੇ ਗੁਰੂ ਜੀ ਸਨ, ਜਿਨ੍ਹਾਂ ਦਾ ਨਾਂ ਹੈ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਸੌਂਪ ਕੇ ਆਪ ਜੋਤੀ ਜੋਤ ਸਮਾ ਗਏ। ਆਪ ਜੀ ਦੀਆਂ ਰਚਨਾਵਾਂ ਹਨ ਜਪਜੀ ਸਾਹਿਬ, ਸਿੱਧ ਗੋਸ਼ਟ, ਸੋਦਰ ਸੋਹਿਲਾ, ਆਰਤੀ, ਦੱਖਣੀ ਓਂਕਾਰ, ਆਸਾ ਦੀ ਵਾਰ, ਮਲਾਰ ਤੇ ਮਾਝ ਦੀ ਵਾਰ, ਪੱਟੀ ਅਤੇ ਬਾਰਾਂਮਾਹ। ਅੱਜ ਅਸੀਂ ਇਹਨਾਂ ਦੀ ਰਚਨਾ ਆਸਾ ਦੀ ਵਾਰ ਵਿੱਚ ਦਰਜ ਸਿਮਲ ਰੁੱਖ ਸਰਾਇਰਾ ਬਾਰੇ ਪੜ੍ਹ ਰਹੇ ਹਾਂ। ਸਿਮਲ ਰੁੱਖ ਸਰਾਇਰਾ ਇਹ ਇੱਕ ਸ਼ਬਦ ਹੈ ਜੋ ਆਸਾ ਦੀ ਵਾਰ ਵਿੱਚ ਦਰਜ ਹੈ। ਪੜ੍ਹਦੇ ਹਾਂ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ। ਸਿਮਲ ਰੁੱਖ ਸਰਾਇਰਾ। ਸਿਮਲ ਇੱਕ ਪੇੜ ਹੁੰਦਾ ਹੈ ਜੋ ਬਹੁਤ ਹੀ ਲੰਮਾ, ਸਿੱਧਾ ਅਤੇ ਬਹੁਤ ਮੋਟਾ ਹੁੰਦਾ ਹੈ। ਉਸ ਦੇ ਲਾਲ ਰੰਗ ਦੇ ਫੁੱਲ ਲੱਗਦੇ ਹਨ। ਉਸ ਦੇ ਫੁੱਲ ਵਕ-ਵਕੇ ਹੁੰਦੇ ਹਨ। ਉਸ ਦੇ ਫਲ ਬੇਸਵਾਦੇ ਹੁੰਦੇ ਹਨ ਅਤੇ ਉਸ ਦੀ ਕੋਈ ਛਾਂ ਵੀ ਨਹੀਂ ਦਿੰਦਾ, ਭਾਵ ਉਸ ਦੇ ਪੱਤੇ ਵੀ ਕਿਸੇ ਕੰਮ ਨਹੀਂ ਆਉਂਦੇ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ। ਸਿਮਲ ਰੁੱਖ ਸਰਾਇਰਾ, ਸਰਾਇਆ ਯਾਨੀ ਕਿ ਸਿੱਧਾ, ਅਤ ਦੀਰਘ ਬਹੁਤ ਵੱਡਾ, ਬਹੁਤ ਲੰਮਾ, ਅਤੀ ਮੁੱਚ ਤੋਂ ਭਾਵ ਹੈ ਮੋਟਾ। ਉਂਝ ਆਵੇ ਆਸ ਕਰ ਜਾਏ ਨਿਰਾਸ਼ੇ ਕਿਤ। ਕਿ ਸਿਮਲ ਦਾ ਜੋ ਪੇੜ ਹੁੰਦਾ ਹੈ ਬਹੁਤ ਹੀ ਵੱਡਾ, ਲੰਮਾ ਅਤੇ ਮੋਟਾ ਹੁੰਦਾ ਹੈ। ਉਸ 'ਤੇ ਉਹ ਜੀ ਆਵੇ ਆਸ ਕਰ, ਉਸ 'ਤੇ ਜੋ ਵੀ ਆਸ ਕਰਕੇ ਜਾਂਦਾ ਹੈ ਉਸ ਦੇ ਹੱਥ ਨਿਰਾਸ਼ਾ ਲੱਗਦੀ ਹੈ। ਫਲ ਫਿੱਕੇ ਫੁੱਲ ਬਕਬਕੇ ਕੰਮ ਨ ਆਵੇ ਪਤ। ਭਾਵ ਉਸ ਦੇ ਜਿਹੜੇ फल ਹੁੰਦੇ हैं, उसके जो फल होते हैं वो फीके होते हैं, जो उसके फूल होते हैं वो भी बकबके होते हैं, उनका भी कोई टेस्ट नहीं होता, और जो उसके जो पत्ते होते हैं वो भी कोई काम नहीं आते, क्योंकि वो पेड़ के पत्ते इस तरीके से होते हैं कि वो छाया भी नहीं दे पाता है। मिठत नीवी नानका गुण चंगियाइयां तत। गुरु जी कहते हैं कि मिठास ਭਾਵ ਨਿਮਰਤਾ, ਨੀਵੇਂ ਹੋ ਕੇ ਅਗਰ ਅਸੀਂ ਰਹਿੰਦੇ ਹਾਂ, ਨਿਮਰਤਾ ਧਾਰਨ ਕਰਕੇ ਰਹਿੰਦੇ ਹਾਂ, ਤਾਂ ਉਹ ਸਾਰੀਆਂ ਚੰਗਿਆਈਆਂ ਦਾ ਤੱਤ ਭਾਵ ਸਾਰ ਹੈ। ਅੱਗੇ ਦੇਖਦੇ ਹਾਂ। ਸਭ ਕੋ ਨੀਵੇਂ ਆਪ ਕਹੋ ਪਰ ਕੋ ਨੀਵੇਂ ਨਾ ਹੋਏ। ਕਿ ਆਪਣਿਆਂ ਲਈ ਸਭ ਕੋ ਨੀਵੇਂ ਆਪ ਕੋ ਭਾਵ ਆਪਣਿਆਂ ਲਈ ਤਾਂ ਸਭ ਨੀਵੇਂ ਹੋ ਜਾਂਦੇ ਆ, ਭਾਵ ਉਹ
नीचे हो जाते हैं, उनके सामने निव जाते हैं। को नीवे ना होए कि पर को कि दूसरिਆਂ ਲਈ ਭਾਵ ਪਰਾਏ ਲੋਕਾਂ ਲਈ ਕੋਈ ਵੀ ਨੀਵਾਂ ਨਹੀਂ ਹੁੰਦਾ, ਨਿਮਰਤਾ ਨਾਲ ਗੱਲ ਨਹੀਂ ਕਰਦਾ। ਧਰ ਤਰਾਜੂ ਤੋਲੀਏ ਨੀਵੇਂ ਸੋ ਗੌਰਾ होए, गौरा तो भाव है भारा, तौलिए तोलना किसी चीज़ को, तराजू तकड़ी, जो तराजू यानी कि तकड़ी, पंजाबी में तकड़ी क्या जाता है जिसे आप बोलते हो तराजू। धर तराजू कि अगर हम तराजू में भी दोनों पलड़ों में हम कुछ रखते हैं तो जो उसका भारी पलड़ा होता है वो नीचे हो जाता है। मतलब जिसमें जो सच बोलता है, जो कभी झूठ नहीं बोलता, किसी को तकलीफ़ नहीं पहुंचाता, जिसमें निम्रता होती है, जिसमें अच्छाइयाँ होती है, जिसमें बहुत सारे गुण होते हैं, वो पलड़ा भारी होता है। और जिसमें झूठ, दूसरों को धोखा देना, दूसरों का बुरा सोचना, ऐसी बुराइयाँ होती हैं, उसका पलड़ा हल्का होता है, उसमें कोई गुण नहीं होता। अपराधी दूना नीवे जो हंता मिगराए कि नीवा होने का मतलब ये नहीं है कि क्योंकि नीवा ता अपराधी, नीवा ता हंता जो शिकार करता है वो भी हुंदा है, क्योंकि शिकारी नू शिकार करने लई झुक के ही, नीचे झुककर ही शिकार करना पड़ता है। इसमें कहा गया कि हमें इस तरीके से नीचे नहीं होना है, इस तरीके से नहीं झुकना है कि हम दूसरों को दुख पहुँचाएं। शीश निभाइए क्या थिए जा हृदय कसूदे जाए, कसूदे यानी कि खोटे, शीश निभाए यानी कि शीश निभाए यानी कि शीश को नीचे झुकाना, कि हमें ऐसा सर क्या झुकाना जिससे हमारे मन में खोट हो, हमारे मन में खोट हो, दूसरों के लिए हम बुरा चाहें पर हम सर को झुकाते रहें, तो ऐसा सर झुकाने का कोई मतलब नहीं बनता है। आगे पढ़ेंगे टिप्पणी, जिसमें यही लिखा है, गुरु नानक देव जी मनुख ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਮਨੁੱਖ ਦੇ ਨੀਵ ਕੇ ਰਹਿਣ ਵਿੱਚ ਹੀ ਮਿਠਾਸ ਹੈ, ਨੀਵੇਂ ਹੋ ਕੇ ਰਹਿਣਾ ਹੀ ਸਾਰੇ ਗੁਣਾਂ ਦਾ ਸਾਰ ਹੈ। ਹਰੇਕ ਜੀਵ ਆਪਣੇ ਸਵਾਰਥ ਲਈ ਝੁਕਦਾ ਹੈ, ਕਿਸੇ ਦੂਜੇ ਮਨੁੱਖ ਦੀ ਖਾਤਰ ਨਹੀਂ। पर निवण का भाव सिर्फ शरीर नू निभाउण नाल नहीं है, मतलब शरीर को सिर्फ सर को झुकाने तक इसका मतलब नहीं है, सगों मन नाल भी है। जे सिर्फ सिर ही निभा दिता जावे ते अंदरों जीव खोटा ही रहे, हमारे मन में खोट रहे, ता इस तरह नीवें होण दा कोई लाभ नहीं है। अगर हम मंदिर, गुरुद्वारे कहीं भी जाते हैं तो अगर हम सर झुका रहे हैं पर मन में हमारे बहुत सारी बातें चल रही हैं, हम किसी का बुरा सोच रहे हैं, हम किसी के बारे में गलत सोच रहे हैं, तो फिर हमारा धार्मिक स्थलों पे जाने का कोई मतलब नहीं बनता है। चलो अब इसके हम प्रश्न उत्तर करते हैं। अभ्यास, ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਬਾਣੀ ਵਿੱਚੋਂ ਲਿਆ ਗਿਆ ਹੈ? ਉੱਤਰ ਆਏਗਾ, ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦੀ ਆਸਾ ਦੀ ਵਾਰ ਬਾਣੀ ਵਿੱਚੋਂ ਲਿਆ ਗਿਆ ਹੈ। सिम्मल दा रुख किहो जिहा हुंदा है? हमने अभी इसके बारे में पढ़ा था। सिम्मल एक पेड़ होता है, इसका जो रुख होता है, रुख आप सबको पता ही है, रुख वृक्ष को बोला जाता है। इसका जो रुख होता है वो लम्बा, सीधा और बहुत ही मोटा होता है। मनुख लई सब तो चंगा गुण की है? मनुख लई सब तो चंगा गुण है निम्रता। नीव के रहन तो की भाव है? नीव के यानी कि झुक के। नीव के रहन तो की भाव है? नीव के रहन तो भाव है कि यह सारिया चंगियाइयां दा सार है। नीव के रहना भाव निम्रता नाल रहना। शिकारी किस तरह शिकार करदा है? शिकारी झुक के शिकार करदा है। हेठ लिखियां काव्य तरह पढ़ के पूछे गए प्रश्नों के उत्तर दिओ। मिठत नीवी नानका गुण चंगियाइयां तत् सब को नीवे आप को पर को नीवे न कोई तरत राजू तोलिए नीवे सुगोरा होए। उपरोक्त काव्य सतरां दा भाव अपने शब्दां विच लिखो। मिठत नीवी कि गुरु नानक देव जी कहंदे हन मिठास सारियां चंगियाइयां दा सार है। सब को नीवे
ਕਿ ਆਪਣੇ ਲਈ ਤਾਂ ਹਰ ਕੋਈ ਨੀਵਾਂ ਹੋ ਜਾਂਦਾ ਹੈ, ਆਪਣੇ ਲਈ ਤਾਂ ਹਰ ਕੋਈ ਝੁਕ ਜਾਂਦਾ ਹੈ, ਪਰ ਕੋ ਨੀਵੇਂ ਨਾ ਕੋਈ, ਕਿ ਦੂਜਿਆਂ ਖਾਤਰ ਕੋਈ ਵੀ ਨਹੀਂ ਝੁਕਦਾ। ਧਰ ਤਰਾਜੂ ਤੋਲੀਏ ਨੀਵੇਂ ਸੋ, ਕਿ ਅਗਰ ਆਪਾਂ ਤਰਾਜੂ ਤੱਕੜੀ ਵਿੱਚ ਵੀ ਦੋ ਚੀਜ਼ਾਂ ਧਰ ਕੇ ਤੋਲੀਏ ਤਾਂ ਜਿਹੜਾ ਭਾਰਾ ਪਾਸਾ ਹੁੰਦਾ ਹੈ ਉਹ ਹੀ ਨਿਵਦਾ ਹੈ, ਉਹ ਹੀ ਝੁਕਦਾ ਹੈ, ਉਹ ਹੀ ਥੱਲੇ ਹੁੰਦਾ ਹੈ। ਅਗਲਾ ਪ੍ਰਸ਼ਨ ਹੈ, ਨਿਵ ਕੇ ਰਹਿਣ ਨੂੰ ਗੁਰੂ ਨਾਨਕ ਦੇਵ ਜੀ ਨੇ ਕੀ ਕਿਹਾ ਹੈ? ਨਿਵ ਕੇ ਰਹਿਣ ਨੂੰ ਗੁਰੂ ਨਾਨਕ ਦੇਵ ਜੀ ਨੇ ਸਾਰੀਆਂ ਚੰਗਿਆਈਆਂ ਦਾ ਸਾਰ ਕਿਹਾ ਹੈ। ਉਪਰੋਕਤ ਸ਼ਬਦ ਕਿਹੜੀ ਬਾਣੀ ਵਿੱਚੋਂ ਲਿਆ ਗਿਆ ਹੈ? ਅਸੀਂ ਹੁਣੇ ਪੜ੍ਹਿਆ ਸੀ, ਉਪਰੋਕਤ ਸ਼ਬਦ ਆਸਾ ਦੀ ਵਾਰ ਵਿੱਚੋਂ ਲਿਆ ਗਿਆ ਹੈ। ਹੁਣ ਅਗਲਾ ਅਸੀਂ ਪ੍ਰਸ਼ਨ ਕਰਦੇ ਹਾਂ ਤੀਜਾ, ਹੇਠ ਲਿਖੀਆਂ ਕਾਵਿ ਸਤਰਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ। ਸਿਮਲ ਰੁੱਖ ਸਰਾਇਰਾ, ਅਤ ਦੀਰਘ ਅਤ ਮੁੱਛ, ਓ ਜੀ ਆਵੇ ਆਸ ਕਰ, ਜਾਏ ਨਿਰਾਸ਼ੇ ਕਿਤ, ਫਲ ਫਿੱਕੇ ਫੁੱਲ ਬਕਬਕੇ, ਕੰਮ ਨ ਆਵੇ ਪਤ। ਪ੍ਰਸੰਗ ਲਿਖਾਂਗੇ ਅਸੀਂ ਕਿ ਇਹ ਕਾਵਿ ਟੋਟਾ ਪੰਜਾਬ ਸਾਹਿਤ ਕਿਰਨਾਂ ਵਿੱਚ ਦਰਜ ਸਿਮਲ ਰੁੱਖ ਸਰਾਇਰਾ ਸਿਰਲੇਖ ਹੇਠ ਦਰਜ ਹੈ, ਜੋ ਕਿ ਗੁਰੂ ਨਾਨਕ ਦੇਵ ਜੀ ਦੀ ਆਸਾ ਦੀ ਵਾਰ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਗੁਰੂ ਜੀ ਨੇ ਨਿਮਰਤਾ ਧਾਰਨ ਉੱਤੇ ਜ਼ੋਰ ਦਿੱਤਾ ਹੈ। ਵਿਆਖਿਆ ਕਰਾਂਗੇ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਛ, ਕਿ ਜੋ ਸਿਮਲ ਦਾ ਜੋ ਬ੍ਰਿਖ ਹੁੰਦਾ ਹੈ, ਸਿਮਲ ਦਾ ਜੋ ਰੁੱਖ ਹੁੰਦਾ ਹੈ, ਉਹ ਸਿੱਧਾ ਲੰਮਾ ਅਤੇ ਬਹੁਤ ਹੀ ਮੋਟਾ ਹੁੰਦਾ ਹੈ। ਉਹ ਜੀ ਆਵੇ ਆਸ ਕਰ, ਉਸ 'ਤੇ ਜੋ ਵੀ ਆਸ ਕਰਕੇ ਆਉਂਦਾ ਹੈ ਉਸ ਦੇ ਹੱਥ ਨਿਰਾਸ਼ਾ ਹੀ ਲੱਗਦੀ ਹੈ, ਕਿਉਂਕਿ ਇਸ ਦੇ ਜੋ ਫਲ ਫਿੱਕੇ ਹੁੰਦੇ ਹਨ, ਫੁੱਲ ਬਕਬਕੇ ਹੁੰਦੇ ਹਨ ਅਤੇ ਇਸ ਦੇ ਪੱਤੇ ਵੀ ਕੋਈ ਕੰਮ ਨਹੀਂ ਆਉਂਦੇ, ਕਿਉਂਕਿ ਇਸ ਦੇ ਪੱਤੇ ਛਾਂ ਵੀ ਨਹੀਂ ਦਿੰਦੇ। ਇਸ ਤਰ੍ਹਾਂ ਅੱਜ ਅਸੀਂ ਸਿਮਲ ਰੁੱਖ ਸਰਾਇਰਾ ਸ਼ਬਦ ਪੜ੍ਹਿਆ ਹੈ। ਮੈਂ ਇਸ ਦੇ ਕੁਐਸਚਨ ਉੱਤਰ ਵੀ ਤੁਹਾਨੂੰ ਕਰਵਾ ਦਿੱਤੇ ਹਨ, ਫਿਰ ਵੀ ਮੈਂ ਤੁਹਾਨੂੰ ਲਿਖ ਕੇ ਕਰਵਾ ਦਿੰਦੀ ਹਾਂ, ਕਿਉਂਕਿ ਬਹੁਤ ਸਾਰੇ ਵਿਦਿਆਰਥੀਆਂ ਨੂੰ ਲਿਖਣ ਵਿੱਚ ਪ੍ਰੋਬਲਮ ਹੁੰਦੀ ਹੈ, ਸੁਣ ਕੇ ਉਹ ਨਹੀਂ ਲਿਖ ਸਕਦੇ। ਤੁਸੀਂ ਧਿਆਨ ਨਾਲ ਇਸ ਕੰਮ ਨੂੰ ਕਰਨਾ ਹੈ। ਧੰਨਵਾਦ।